ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਸਾਹਿਬ ਜੀ ਹਜ਼ੂਰ। ਭੂਲ ਛਿਮੋ ਹਮਰੀ ਪ੍ਰਭਾਪਨ, ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੱਧਗੋਸ਼ ਦੀ ਬਾਣੀ ਦੀ ਵਿਚਾਰ ਕੁਝ ਸਮੇਂ ਤੋਂ ਕਰ ਰਹੇ ਹਾਂ। ਇਹ ਨਿਰਾਲੀ ਬਾਣੀ ਦੇ ਅਗਮ ਵਿਚਾਰ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦਰਸ਼ਨ ਇਸ ਬਾਣੀ ਦੇ ਅਸੀਂ ਕਰਦੇ ਜਾ ਰਹੇ ਹਾਂ। 38 ਪੌੜੀ ਦੀ ਵਿਚਾਰ ਹੋ ਚੁੱਕੀ ਹੈ। ਅੱਜ ਅਸੀਂ 39 ਪਦੇ ਦੀ ਵਿਚਾਰ ਸ਼ੁਰੂ ਕਰਨੀ ਹੈ। ਗੁਰੂ ਸਾਹਿਬ ਦੀ ਇਸ ਬਾਣੀ ਦੇ ਦਰਸ਼ਨ ਨਿਹਾਲ ਕਰ ਦਿੰਦੇ ਹਨ। ਅਧਿਆਤਮ ਦੀ, ਸਪਿਰਿਚੁਅਲਿਟੀ ਦੀ ਡੂੰਘਾਈ ਦੇ ਕੁਐਸਚਨਸ ਆਨਸਰ ਹੋਏ ਹਨ ਸਾਡੇ ਪਿਛਲੇ ਪਦਿਆਂ ਵਿੱਚ। ਥੋੜ੍ਹਾ ਜਿਹਾ ਡੂੰਘਾ ਕਰਕੇ ਦੇਖਣ ਦੀ ਲੋੜ ਹੈ ਸਾਹਿਬ। ਬਹੁਤ ਅੰਤਰ ਦੇ ਭੇਦ, ਸੋਲਿਊਸ਼ਨਸ ਟੂ ਸਪਿਰਿਚੁਅਲ ਅਵੇਕਨਿੰਗ ਖੋਲ੍ਹ ਰਹੇ ਹਨ ਸਾਡੇ ਲਈ। If we are seeking to understand life, Guru Nanak Sahib's this Bani is like a milestone, like a guiding beacon, inner spirituality ਦੇ ਦਰਸ਼ਨ ਕਰਾਉਂਦੀ ਹੈ, ਸਾਨੂੰ ਅੰਤਰ ਦੇ ਮਨ ਦੇ ਭੇਦ ਖੋਲ੍ਹਦੀ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਮਾਈਂਡ ਬਹੁਤ ਜ਼ਿਆਦਾ ਕੰਡੀਸ਼ਨਡ ਹੋ ਗਿਆ ਹੈ। ਅਸੀਂ ਕੁਝ ਪ੍ਰੀ ਕਨਸੀਵਡ ਨੋਸ਼ਨਸ ਦੇ ਨਾਲ ਜੀਣਾ ਸ਼ੁਰੂ ਕਰ ਦਿੱਤਾ ਹੈ। ਐਵਰੀਥਿੰਗ ਟ੍ਰਿਗਰਸ ਅ ਪਾਸਟ ਹਿਸਟਰੀ। ਇੱਕ ਕੰਡੀਸ਼ਨਿੰਗ ਅਵੇਕਨ ਹੋ ਜਾਂਦੀ ਹੈ। ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਹੈ। ਵੀ ਸਟਾਰਟ ਸੀਇੰਗ ਪੀਪਲ ਇਨ ਡਿਫਰੈਂਟ ਕਲਰਸ। ਕੀ ਸੋਸ਼ਲ ਸਟੇਟਸ ਹੈ, ਕੀ ਰਿਲੀਜਨ ਹੈ, ਕੀ ਉਹਦੀ ਸੈਕਸ ਹੈ, ਕੀ ਉਹਦਾ ਆਈਡੈਂਟਿਟੀ ਹੈ, ਕੀ ਉਹ ਕਰਦਾ ਹੈ। ਬਟ ਦਿਸ ਇਜ਼ ਨਾਟ ਦ ਟਰੂ ਸੈਲਫ। ਅਸੀਂ ਉਸ ਨੂੰ ਦੇਖਣਾ ਛੱਡ ਦਿੰਦੇ ਹਾਂ ਜੋ ਅਸੀਂ ਆਪ ਹਾਂ ਜਾਂ ਜੋ ਸਾਡੇ ਆਲੇ ਦੁਆਲੇ ਹੈ, ਕਿਉਂਕਿ ਇਹ ਕੰਡੀਸ਼ਨ ਮਾਈਂਡ ਅੱਜ ਕੱਲ੍ਹ ਸਾਨੂੰ ਡੋਮੀਨੇਟ ਕਰਦਾ ਹੈ। ਰਿਲੀਜਨ ਵੀ, ਔਰਗਨਾਈਜ਼ਡ ਰਿਲੀਜਨ ਦਾ ਇੱਕ ਬੜਾ ਵੱਡਾ ਧੋਖਾ ਇਹ ਹੋ ਜਾਂਦਾ ਹੈ ਕਿ ਇੱਥੇ ਵੀ ਅਸੀਂ ਪ੍ਰੀ ਕਨਸੀਵਡ ਨੋਸ਼ਨਸ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਰਿਲੀਜਨ ਤਾਂ ਇੱਕ ਰਸਤਾ ਹੈ ਇਨਰ ਸਪਿਰਿਚੁਅਲਿਟੀ ਨੂੰ। ਅਗਰ ਅਸੀਂ ਉਸ ਇਨਰ ਸਪਿਰਿਚੁਅਲਿਟੀ ਨੂੰ ਜਾਣ ਲਿਆ ਤਾਂ ਰਿਲੀਜਨ ਨੂੰ ਵੀ ਜਾਣ ਲਿਆ। ਪਰ ਅਗਰ ਅਸੀਂ ਆਪਣੀ ਇਨਰ ਅਵੇਕਨਿੰਗ ਵੱਲ ਨਹੀਂ ਟੁਰੇ ਤਾਂ ਉਹ ਰਿਲੀਜਨ ਅਸਲ ਵਿੱਚ ਇੱਕ ਵਾਧਾ ਹੀ ਬਣ ਕੇ ਰਹਿ ਗਿਆ, ਇੱਕ ਤਰ੍ਹਾਂ ਦਾ ਹਿੰਡਰੈਂਸ ਬਣ ਗਿਆ, ਕਿਉਂਕਿ ਅਸੀਂ ਉਹਨੂੰ ਪ੍ਰੋਪਰਲੀ ਕਨਸੀਵ ਨਹੀਂ ਕੀਤਾ, ਅੰਡਰਸਟੈਂਡ ਨਹੀਂ ਕੀਤਾ। ਇਹ ਬਾਣੀ, ਔਰ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਇਨਰ ਸਪਿਰਿਚੁਅਲਿਟੀ ਦੇ ਦਰਸ਼ਨ ਹਨ। ਜੀਵਨ ਕੀ ਹੈ, ਜੀਵਨ ਦੇ ਭੇਦ ਕੀ ਹਨ, ਜੀਵਨ ਵਿੱਚ ਕੀ ਕਰਨਾ ਚਾਹੀਦਾ ਹੈ, ਜੀਵਨ ਜਿੱਤ ਕੇ ਕੌਣ ਜਾਂਦਾ ਹੈ ਔਰ ਕੌਣ ਇੱਥੇ ਹਾਰ ਕੇ ਜਾਂਦਾ ਹੈ, ਜੀਵਨ ਦਾ ਸਿਖਰ ਕੀ ਹੈ। ਅੱਜ ਦੇ ਪਦੇ ਵਿੱਚ ਇੱਕ ਬੜਾ ਨਿਰਾਲਾ ਸ਼ਬਦ ਵਰਤਿਆ ਹੈ ਸਾਹਿਬ ਨੇ, ਮਹਾਸੁਖ। ਮਹਾਸੁਖ
कितना इंटेंस महासुख। सो अज दे पदे नूं पहले विचारन तो पहला असी रहाओ दी तुक पढ़ांगे, जो इस बाणी दा बंद है, जो इस बाणी दा मुख थॉट है, वो फ्रीडम बारे है। लाइफ दी फ्रीडम, मेरी फ्रीडम, आप दी फ्रीडम। महाराज सानू कहते हैं कि चेंज जिहड़ा है, कॉन्सटेंट चेंज, दैट डज नॉट प्रोवाइड पीस। सो उस रहाओ दी बंद नूं असी पहले पढ़ांगे। क्या भविए सच सूचा होए। भ्रमण करना, गलत जगह ते उत्थे लभना, किसी वस्तु नूं गवाचिया कित्थे है और लभ किधरे होर रहे हाँ। सच नूं मिल के ही सच्चे होवांगे। और एक अलौकिक डायमैंशन गुरु नानक साहब ने दर्शन कराए हैं शब्द दे। साच शब्द बिन मुक्त ना कोई वीर भैन इस नूं पढ़ दे, फिर असी इनू विचारीए। वाहिगुरू जी। क्या भविए सच सूचा होए, साच शब्द बिन मुकत ना कोए। रहाओ जिस गुर मिलै तिस पार उतारै, अवगण मेटै गुण निस्तारै। मुकत महासुख गुर शब्द विचार, गुरमुख कदे न आवै हार। तन हटड़ी ए मन वणजारा, नानक सहजे सच वापारा। वाहिगुरू। जदों कोई कॉन्सैप्ट समझाना हुंदा है और उसकी डायरैक्ट गल नहीं की जा सकती, तो एक सिमली यूज़ होंदी है। जिहड़ी सिमली सानू नोन है, उहदे बारे गल की जाती है कि जिवें यह वस्तु है, इवें वो अलौकिक थां भी है। होर कोई तरीका नहीं है। उस देश की गल किवें कोई करेगा। इस देश तो कोई एग्जाम्पल्स लैके फिर उसकी गल करेगा। जिवें इत्थे असी जी रहे हाँ और कोई सानू ग्रीनलैंड की गल करे, तो वो इत्थे दी बर्फ़ लैके दसेगा कि देखो जिवें इत्थे बर्फ़ गिरदी है, इवें ग्रीनलैंड विच भी सारी बर्फ़ दिखती है। इस तरह के एग्जाम्पल्स हैं। दुनिया तो परे दी जगत की गल कर रहे हैं गुरु नानक साहब। और एक सिमली जो बार बार साढ़े सामने आई है पहला, वो रिवर दी है। रिवर नू कई बार जीवन कहा है, लाइफ नाल एसोसीएट किया है। यह अपने आप च बड़ी प्यारी सिमली है, क्योंकि वाटर, पानी जिहड़ा है, वो बेसिस ऑफ लाइफ है। अज साइंस भी इस गल नूं सानू समझाती है कि कित्थे सूरज भी नहीं है सी दे विच, डार्क रीजनस विच पानी है, उत्थे लाइफ है। सन उत्थे पहुँचता नहीं है। गुरु साहब भी सानू समझाते हैं, पहला पानी जियो है। पानी नू फिर लाइफ नाल इक्वेट करना एक नैचुरल टेंडेंसी है। रिवर कॉन्सटेंट चेंज की गल करती है, सो इज़ लाइफ कॉन्सटेंटली चेंजिंग, अनसर्टन। जिवें जीवन विच भी भुचाल आते हैं, इवें रिवर विच भी आते हैं। जिवें रिवर का पानी अगर मैला होए तो बॉटम नहीं दिखता, इस तरह अगर मन भी निर्मल ना होए तो मन के अंतर के दर्शन नहीं होंदे। असी अपने अंतर के मन तो टुट जाते हैं। गुरु साहब सानू समझाते हैं कि मन आनंद रूप है, और आनंद शब्द, आनंद की बाणी असी सिख सभा विच
ਰੋਜ਼ ਪੜ੍ਹਦੇ ਹਾਂ। ਅਨੰਦਪੁਰ ਦੀ ਧਰਤੀ ਪੰਜਾਬ ਦੇ ਵਿੱਚ ਗੁਰੂ ਸਾਹਿਬ ਨੇ ਨਾਂ ਦਿੱਤਾ ਹੈ, ਵਾਸੀ ਅਨੰਦਪੁਰ ਦੇ। ਪੁਰਾਤਨ ਸਿੱਖਾਂ ਦੀ ਅਗਰ ਗੱਲ ਹੁੰਦੀ ਸੀ ਤਾਂ ਉਹ ਗੱਲ ਫੈਮਿਲੀ ਦੀ ਹੁੰਦੀ ਸੀ। ਪਿਤਾ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਔਰ ਵਾਸੀ ਅਨੰਦਪੁਰ ਸਾਹਿਬ ਦੇ। ਅਨੰਦਪੁਰ ਇੱਕ ਸਪਿਰਿਚੁਅਲ ਰੈਲਮ ਦੀ ਗੱਲ ਚੱਲਦੀ ਹੈ, ਜਿਸ ਨੂੰ ਭਗਤ ਕਬੀਰ ਨੇ ਬੈਕੁੰਠ ਕਿਹਾ ਹੈ, ਗੁਰੂ ਨਾਨਕ ਸਾਹਿਬ ਨੇ ਸੱਚਖੰਡ ਕਿਹਾ ਹੈ, ਭਗਤ ਰਵਿਦਾਸ ਨੇ ਬੇਗਮਪੁਰਾ ਕਿਹਾ ਹੈ। ਇੱਕ ਇਹੋ ਜਿਹਾ ਮਨ ਦਾ ਸਥਾਨ ਜਿੱਥੇ ਆਜ਼ਾਦੀ ਹੈ, ਫਰੀਡਮ ਹੈ ਔਰ ਜਿੱਥੇ ਆਨੰਦ ਹੈ। ਇਹ ਇਹੋ ਜਿਹੀ ਮਨ ਦੀ ਅਵਸਥਾ ਹੈ ਜਿਹੜੇ ਜਿੰਦੇ ਜੀ ਅਗਰ ਪ੍ਰਾਪਤ ਹੋ ਜਾਏ ਤਾਂ ਹੀ ਪ੍ਰਾਪਤ ਹੁੰਦੀ ਹੈ। ਮਰਨ ਤੋਂ ਬਾਅਦ ਇਹਦੀ ਕਮਾਈ ਨਹੀਂ ਹੋ ਪਾਉਂਦੀ। ਮੇਰੇ ਮਨ ਦੇ ਸਟਰਕਚਰ ਦੇ ਵਿੱਚ ਇੱਕ ਫਾਊਂਡੇਸ਼ਨ ਮਨ ਦੀ ਹੈ ਜਿਹੜੀ ਆਨੰਦ ਦੇ ਰੂਪ ਵਿੱਚ ਪ੍ਰਗਟ ਹੈ। ਉਸ ਨੂੰ ਮੈਂ ਜਿੰਦੇ ਜੀ ਕਮਾ ਸਕਦਾ ਹਾਂ ਕਿਉਂਕਿ ਮੇਰੇ ਕੋਲ ਉਹ ਸ਼ਕਤੀਆਂ ਹਨ ਉਹਨੂੰ ਕਮਾਉਣ ਵਾਸਤੇ। ਇੱਕ ਬੜਾ ਪਿਆਰਾ ਸ਼ਬਦ, ਬੜੀ ਪਿਆਰੀ ਪੰਕਤੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਮੈਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਸਾਰੇ, ਔਰ ਇਹ ਜਿਹੜੀ ਸ਼ਕਤੀ ਹੈ ਬਾਹਰ ਨਹੀਂ ਜਾਂਦੀ ਹੁਣ, ਅਤੇ ਇਹ ਅੰਤਰ ਵਿੱਚ ਜਾ ਕੇ ਹੁਣ ਅਨਹਦ ਬਾਜੇ ਵੱਜਦੇ ਹਨ ਆਨੰਦ ਦੇ। ਇਹ ਇੰਦਰੀਆਂ, ਸੈਂਸ ਆਫ ਸਾਈਟ, ਸੈਂਸ ਆਫ ਫੀਲਿੰਗ, ਦਿਸ ਇਜ਼ ਆਲ ਐਨਰਜੀ ਗੋਇੰਗ ਟੂ ਕਨੈਕਟ ਅਸ ਟੂ ਦ ਰੀਅਲ, ਟੂ ਦ ਫਿਜ਼ੀਕਲ ਵਰਲਡ। ਪਰ ਅਗਰ ਮੈਂ ਆਪਣੇ ਆਪ ਨੂੰ ਇਹਦੇ ਨਾਲੋਂ ਤੋੜ ਲਵਾਂ, by some means, if this energy which is going out through the senses gets shut, ਔਰ ਇਹਨੂੰ ਮੈਂ ਮਨ ਵਿੱਚ ਲੈ ਜਾਵਾਂ, ਤੇ ਮਹਾਰਾਜ ਦੱਸਦੇ ਹਨ ਕਿ ਮਨ ਦੇ ਵਿੱਚ ਬਾਜੇ ਵੱਜਣ ਲੱਗ ਪੈਣਗੇ, ਆਨੰਦ ਆਉਣ ਲੱਗ ਪਏਗਾ। ਸ਼ਕਤੀ ਉਹੀ ਹੈ, ਐਨਰਜੀ ਉਹੀ ਹੈ। ਬਾਹਰਲੀ ਦੁਨੀਆ ਨਾਲ ਜੋੜੀਏ ਕਿ ਅੰਤਰ ਦੇ ਦਰਵਾਜ਼ੇ ਖੋਲ੍ਹ ਲਈਏ। ਗੁਰਮੁਖ ਉਹ ਸ਼ਬਦ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜੋ ਅੰਤਰ ਵੱਲ ਜਾਂਦਾ ਹੈ ਸ਼ਕਤੀਆਂ ਨੂੰ ਲੈ ਕੇ, ਉਹ ਗੁਰਮੁਖ ਹੈ। ਸੂਫੀ ਇਸ ਨੂੰ 11th ਡਾਇਰੈਕਸ਼ਨ ਕਹਿੰਦੇ ਹਨ। ਰਾਬੀਆ ਅਲ ਬਸਰਾ ਦੀ ਵੀ ਗੱਲ ਅਸੀਂ ਪਹਿਲਾਂ ਕੀਤੀ ਹੈ। ਜਿਸ ਨੇ ਜਾਣਿਆ ਹੈ ਉਸਨੇ ਅੰਤਰ ਦੀ ਗੱਲ ਹੀ ਕੀਤੀ ਹੈ। ਗੁਰੂ ਸਾਹਿਬ ਸਾਨੂੰ ਅੰਤਰ ਦੀ ਹੀ ਗੱਲ ਇਸ ਪਦੇ ਵਿੱਚ ਦਰਸ਼ਨ ਕਰਾ ਰਹੇ ਹਨ। ਚੁੱਕ ਜਾਵਾਂਗੇ ਤਾਂ ਆਪਣੇ ਅੰਤਰ ਤੋਂ ਚੁੱਕਾਂਗੇ, ਜਾਣ ਲਵਾਂਗੇ ਤਾਂ ਆਪਣਾ ਜੀਵਨ ਜਾਣ ਲਵਾਂਗੇ। ਇਹੀ ਗੱਲ ਪਹਿਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਸਮਝਾ ਰਹੇ ਹਨ। ਜੀਵਨ ਨੂੰ ਇਸ ਤਰ੍ਹਾਂ ਜੀ ਲਿਆ ਕਿ ਜੀਵਨ ਨੂੰ ਜਾਣ ਲਿਆ ਕੰਪਲੀਟਲੀ, ਤਾਂ ਪਾਰ ਉਤਰ ਗਏ, ਇਸ ਤੋਂ ਮੁਕਤ ਹੋ ਗਏ। ਔਰ ਜੀਵਨ ਨੂੰ ਨਹੀਂ ਜਾਣਿਆ, ਅਧੂਰੇਪਨ 'ਚ ਜਾਣਿਆ, ਇਹਦੇ ਸੱਤ ਦੇ ਦਰਸ਼ਨ ਨਹੀਂ ਕੀਤੇ ਤਾਂ ਚੁੱਕ ਗਏ, ਡੁੱਬ ਗਏ। ਲੋਸਟ ਸਟੋਰੀ। ਅਸੀਂ ਜੀਵਨ ਨੂੰ ਫਿਜ਼ੀਕਲ ਤੋਂ ਜੱਜ ਕਰਦੇ ਹਾਂ, ਔਰ ਇਹ ਜੱਜਮੈਂਟ ਕੰਪੈਰੇਟਿਵ ਹੈ, ਫਿਰ ਕੰਡੀਸ਼ਨ 'ਤੇ ਆਧਾਰਿਤ ਹੈ। ਮੇਰੀ ਕੰਡੀਸ਼ਨਿੰਗ ਹੈ, ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜੀਣ ਨਾਲ ਸੁੱਖ ਮਿਲੇਗਾ। 6 ਇੰਚ ਦਾ ਗੱਦਾ ਹੋਏ ਜਾਂ 8 ਦਾ ਹੋਏ, ਆਰਾਮ ਉੱਥੇ ਮਿਲਦਾ ਹੈ। ਇਸ ਤਰ੍ਹਾਂ ਦੀ ਗੱਡੀ ਹੋਏ, ਇਸ ਤਰ੍ਹਾਂ ਦਾ ਖਾਣਾ ਹੋਏ, ਇਸ ਤਰ੍ਹਾਂ ਦਾ ਵੈਦਰ ਹੋਏ, ਬਿਲਕੁਲ ਠੀਕ ਹੈ। ਫਿਜ਼ੀਕਲ ਲੈਵਲ 'ਤੇ ਇਹ ਸਭ ਸੁੱਖ ਹੈਗੇ, ਪਰ ਕੀ ਫਿਜ਼ੀਕਲ ਸੁੱਖ ਸੁੱਖਾਂ ਦਾ ਅੰਤ ਹੈ? ਇਹੀ ਜਾਣਨਾ ਜ਼ਰੂਰੀ ਹੈ। ਫਿਜ਼ੀਕਲ ਸੁੱਖ ਇੱਕ ਲਿਮਿਟ ਤੱਕ ਸਾਨੂੰ ਸੁੱਖ ਦਿੰਦੇ ਹਨ, ਉਸ ਤੋਂ ਬਾਅਦ ਕੰਫਰਟ ਵੀ ਕੰਡੀਸ਼ਨਿੰਗ ਹੋ ਜਾਂਦਾ ਹੈ। ਕੰਫਰਟ ਇੱਕ ਤਰ੍ਹਾਂ ਦਾ ਪੇਨ ਵੀ ਬਣ ਸਕਦਾ ਹੈ, ਦੀਵਾਰ ਵੀ ਬਣ ਸਕਦੀ ਹੈ। ਅੰਤਰ ਜਾਣ ਦਾ ਇਸ ਕੰਫਰਟ ਨਾਲ ਕੋਈ ਰਿਲੇਸ਼ਨ ਨਹੀਂ ਹੈ। ਆਪਣੇ ਅੰਤਰ ਮਨ ਵਿੱਚ ਆਪਣੇ ਮਨ ਦੇ ਭੇਦ ਖੋਲ੍ਹਣਾ, ਆਪਣੀ ਇਨਰ ਸਪਿਰਿਚੁਅਲਿਟੀ ਨੂੰ ਜਾਣ ਲੈਣਾ ਫਿਜ਼ੀਕਲ ਰਿਐਲਿਟੀ ਤੋਂ ਬੜਾ ਡਿਫਰੈਂਟ ਹੈ। ਕੋਈ ਜਨ ਸਰੀਰਕ ਰੂਪ ਵਿੱਚ ਔਖਾ ਹੋ ਸਕਦਾ ਹੈ, ਪਰ ਮਾਨਸਿਕ ਰੂਪ ਵਿੱਚ ਆਨੰਦ ਵਿੱਚ ਹੋ ਸਕਦਾ ਹੈ। ਔਰ ਕੋਈ ਜਨ ਮਨ ਦੀ ਤਹਿ 'ਤੇ ਬਿਮਾਰ ਹੋ ਸਕਦਾ ਹੈ, ਔਰ ਸਾਨੂੰ ਬੜਾ ਕੰਫਰਟੇਬਲ ਦਿਖ ਰਿਹਾ ਹੈ।
ਸੋ ਸਾਰੇ ਦੇਖਣ ਦੇ ਤਰੀਕੇ ਹਨ, ਔਰ ਅਸੀਂ ਕਿਉਂਕਿ ਉਸ ਡਾਇਮੈਂਸ਼ਨ ਨੂੰ ਨਹੀਂ ਜਾਣਦੇ ਜਿਹੜੀ ਅਸਲ ਡਾਇਮੈਂਸ਼ਨ ਆਫ ਲਾਈਫ ਹੈ, ਇਸ ਕਰਕੇ ਸਾਡੀ ਜਜਮੈਂਟ ਆਫ ਲਾਈਫ ਇਜ਼ ਆਲਸੋ ਇੰਪੇਅਰਡ। ਵੀ ਡੋਂਟ ਨੋ ਕਿਹੜੀ ਕੁਆਲਿਟੀਜ਼ ਮੈਟਰ ਕਰਦੀਆਂ। ਸੋ ਜਿਹੜੀ ਕੁਆਲਿਟੀ ਸਾਨੂੰ ਮੈਟਰ ਕਰਦੀਆਂ ਅਸੀਂ ਉਸ ਬੇਸ 'ਤੇ ਜੱਜ ਕਰਦੇ ਹਾਂ। ਅਸੀਂ ਉਸ ਬੇਸ 'ਤੇ ਇਹ ਸੋਚਦੇ ਹਾਂ ਕਿ ਸਾਨੂੰ ਪਤਾ ਹੈ, ਪਰ ਹੋ ਸਕਦਾ ਸਾਨੂੰ ਬਿਲਕੁਲ ਨਹੀਂ ਪਤਾ ਹੈ। ਮਹਾਰਾਜ ਕਹਿੰਦੇ ਹਨ, ਗੁਰੂ ਨੂੰ ਮਿਲੇ ਬਿਨਾ ਗੁਰੂ ਸ਼ਬਦ ਆਪਣੇ ਆਪ ਵਿੱਚ ਐਨਾਲਾਈਜ਼ ਕਰਨਾ ਚਾਹੀਦਾ ਹੈ। ਹਨੇਰੇ ਨੂੰ ਹਟਾਉਣਾ, ਲਿਟਰਲ ਟਰਾਂਸਲੇਸ਼ਨ, ਰਿਮੂਵਲ ਆਫ ਡਾਰਕਨੈਸ। ਗੁਰੂ ਮੈਂ ਕੀ ਹਾਂ, ਮੈਂ ਉਸ ਨੂੰ ਨਾ ਜਾਣ ਪਾਵਾਂ, ਇਹ ਇੱਕ ਬੜਾ ਵੱਡਾ ਇਗਨੋਰੈਂਸ ਹੈ। I don't know what I am or what my reality is, then I am in complete darkness of life. I only know the perceived sense, the sensory me, the physical me. मैं शीशे ਦੇ ਸਾਹਮਣੇ ਖੜੇ ਹੋ ਕੇ ਕਹਿੰਦਾ ਐ ਮੈਂ ਹਾਂ, ਪਰ ਕੀ ਸਰੀਰ ਮੁੱਕਣ ਨਾਲ ਮੈਂ ਮੁੱਕ ਜਾਂਦਾ ਹੈ? ਇਸ ਮਨ ਕੋ ਕੋਈ ਖੋਜੋ ਭਾਈ, ਮਨ ਛੁੱਟ ਗਿਓ ਤਨ ਛੁੱਟ ਗਿਓ, ਮਨ ਕਹਾਂ ਸਮਾਈ। ਇਸ ਮਨ ਨੂੰ ਸਾਨੂੰ ਸਰਚ ਕਰਨਾ ਚਾਹੀਦਾ ਹੈ। ਵੈਨ ਦ ਬੋਡੀ ਗੋਜ਼, ਵੇਅਰ ਡਜ਼ ਦ ਮਾਈਂਡ ਗੋ? ਸੋ ਇਜ਼ ਮਾਈ ਬੋਡੀ ਮੀ? ਇਟ ਮੇ ਬੀ ਮਾਈ abode, but does the existence of me finish when the body is gone? This needs to be studied, and this is what spiritual exploration is about. ਜੀਵਨ ਵਿੱਚ ਅਸੀਂ ਕਈ ਦਫਾ ਸੈਂਸਸ 'ਤੇ ਰੁਕ ਜਾਂਦੇ ਹਾਂ। ਜੋ ਸਾਨੂੰ ਸੈਂਸਸ ਦੱਸਦੀਆਂ ਨੇ ਅਸੀਂ ਉੱਥੇ ਤੱਕ ਹੀ ਜੀਵਨ ਨੂੰ ਜਾਣਦੇ ਹਾਂ, ਪਰ ਜੀਵਨ ਉਹਦੇ ਬਿਯੋਂਡ ਹੈ ਕਿ ਨਹੀਂ, ਇਹ ਦੇਖਣਾ ਬਣਦਾ ਹੈ। ਜਿਸ ਗੁਰ ਮਿਲੇ ਤਿਸ ਪਾਰ ਉਤਾਰੇ। ਗੁਰੂ ਹਨੇਰਾ ਹਟਾਉਂਦਾ ਹੈ, ਅਵੇਕਨਿੰਗ ਵੱਲ ਸਾਨੂੰ ਲਿਜਾਂਦਾ ਹੈ। ਕੌਣ ਗੁਰੂ? ਗੁਰੂ ਸਾਹਿਬ ਨੇ ਸ਼ਬਦ ਗੁਰੂ ਦੀ ਗੱਲ ਇਸ ਬਾਣੀ ਵਿੱਚ ਬਹੁਤ ਖੁੱਲ੍ਹ ਕੇ ਕੀਤੀ ਹੈ। ਜਪ ਮਨ ਸਤਨਾਮ ਸਦਾ ਸਤਨਾਮ, ਮਨ ਨੂੰ ਜਪਣ ਦੀ ਗੱਲ ਕੀਤੀ ਹੈ। ਮੈਂ ਸਾਰਾ ਦਿਨ ਨੋਨ ਵਰਲਡ ਵਿੱਚ ਤੁਰਦਾ ਹਾਂ, ਐਵਰੀ ਡੇ ਮੈਂ ਨੋਨ ਵਰਲਡ ਵਿੱਚ ਰਹਿੰਦਾ ਹਾਂ, ਕੰਮ ਕਰਦਾ ਹਾਂ, ਲੋਕਾਂ ਨੂੰ ਮਿਲਦਾ ਹਾਂ, ਮਸਲਿਆਂ ਨਾਲ ਡੀਲ ਕਰਦਾ ਹਾਂ। ਜੀਵਨ ਦਿਨ ਦਾ ਚਲਾ ਗਿਆ, ਰਾਤ ਦਾ ਜੀਵਨ ਸੋ ਕੇ ਨਿਕਲ ਗਿਆ। ਇਹਦੇ ਜੀਵਨ ਦੇ ਪਿੱਛੇ ਕੀ ਸ਼ਕਤੀਆਂ ਖੜੀਆਂ ਹਨ, ਇਹ ਕਦੋਂ ਐਕਸਪਲੋਰ ਕੀਤਾ ਮੈਂ? ਮਹਾਰਾਜ ਕਹਿੰਦੇ ਨੇ, ਚਾਰ ਗਵਾਈ ਹੰਡ ਕੇ ਚਾਰ ਗਵਾਇਓ ਸਮ, ਲੇਖਾ ਰੱਬ ਮੰਗੇਸੀਆ ਤੂੰ ਆਇਓ ਕਿਹੜੇ ਕੰਮ। ਜੋ ਜੀਵਨ ਦਾ ਤੱਤ ਹੈ ਉਹ ਤਾਂ ਜਾਣਿਆ ਨਹੀਂ, ਜੋ ਕੁਝ ਚੇਂਜਿੰਗ ਹੈ ਉਹ ਸਭ ਕੁਝ ਮੈਂ ਜੀ ਲਿਆ, ਪਰ ਇਹ ਚੇਂਜਿੰਗ ਮੇਰੇ ਨਾਲ ਨਹੀਂ ਰਹੇਗਾ। ਮੇਰੇ ਨਾਲ ਕੀ ਰਹੇਗਾ? ਮਨ ਦੀ ਅਸਲ ਅਵਸਥਾ ਕੀ ਹੈ, ਮਨ ਦਾ ਅਸਲ ਸਟਰਕਚਰ ਕੀ ਹੈ, ਇਹ ਮੈਨੂੰ ਕੌਣ ਦੱਸੇਗਾ? ਇੱਕ ਬਹਾਵ ਵਿੱਚ ਮੈਂ ਬਹਿੰਦਾ ਜਾ ਰਿਹਾ, ਅੱਜ ਉੱਠਿਆ ਅੱਜ ਸੁੱਤਾ, ਕੱਲ੍ਹ ਉੱਠਿਆ ਕੱਲ੍ਹ ਸੁੱਤਾ, ਇੱਕ ਟਾਈਮ ਦੇ ਮੂਵਮੈਂਟ ਨਾਲ ਮੈਂ ਬਹਿ ਰਿਹਾ, ਔਰ ਇਹ ਸਮਾਂ ਹਮੇਸ਼ਾ ਲਈ ਨਹੀਂ ਹੈ। ਮਹਾਰਾਜ ਨੇ ਸਾਨੂੰ ਦੱਸਿਆ ਹੈ ਕਿ ਹਰ ਘੜੀ ਨਿਕਲਦੀ ਜਾ ਰਹੀ ਹੈ, ਸਮਾਂ ਨਿਕਲਦਾ ਜਾ ਰਿਹਾ ਹੈ, ਔਰ ਇਹ ਸਰੀਰ ਸਦਾ ਲਈ ਨਹੀਂ ਹੈ। ਇਹ ਮੌਕਾ ਹੈ ਜਾਣਨ ਦਾ ਕਿ ਇਸ ਸਰੀਰ ਤੋਂ ਬਿਯੋਂਡ ਅਗਰ ਮੈਂ ਕੁਛ ਹੈ ਤਾਂ ਉਹ ਕੀ ਹੈ। ਉਹ ਮੈਨੂੰ ਕਿੱਥੋਂ ਪਤਾ ਲੱਗੇਗਾ? ਗੁਰੂ ਮਹਾਰਾਜ ਕਹਿੰਦੇ ਹਨ ਕਿ ਸ਼ਬਦ ਗੁਰੂ ਨੂੰ ਅੰਤਰ ਮਨ ਵਿੱਚ ਰਿਵੀਲ ਕਰਨ ਨਾਲ ਪਤਾ ਲੱਗੇਗਾ। ਗੁਰੂ ਨੂੰ ਸਰੀਰਕ ਰੂਪ ਵਿੱਚ ਅਸੀਂ ਗੁਰੂ ਧਾਰ ਸਕਦੇ ਹਾਂ ਕਿਸੇ ਨੂੰ, ਪਰ ਉਹਨੂੰ ਸਰੀਰਕ ਮਿਲਣ ਨਾਲ ਕੁਛ ਨਹੀਂ ਹੁੰਦਾ ਹੈ। ਮਨ ਦਾ ਮਿਲਣਾ ਹੁੰਦਾ ਹੈ, ਜਿਹਦੇ ਨਾਲ ਮਨ ਬਦਲਦਾ ਹੈ। ਮੈਂ ਗੁਰੂ ਕੋਲ ਗਿਆ, ਗੁਰੂ ਕੋਲ ਬੈਠਿਆ, ਮੇਰਾ ਮਨ ਬਦਲ ਗਿਆ। ਗੱਲ ਤਾਂ ਇਹ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਪਿਆਰਾ ਸਾਨੂੰ ਪੰਕਤੀ ਇਸ ਬਾਣੀ ਵਿੱਚ ਦੱਸੀ ਸੀ, ਅਵਗਤੋਂ ਨਿਰਮਾਇਲ ਉਪਜੇ, ਨਿਰਗੁਣ ਦੇ ਸਰਗੁਣ ਥਿਆ। ਉਸ ਅਨਨੋਨ
गालिब का एक शेर भी आंदा है मैनू याद, आते हैं गैब से मज़ाम ख्याल में, अननोन अवगतों गैब, अवगतों निर्मायल उपजे। मन निर्मल होंदा है उत्थों, निर्मलता उपजदी है उस अवगत तो, अननोन तो, अनडिफाइंड तो, और उत्थों गुण बनते हैं जित्थों जीवन चलता है। जीवन 3 गुणों नाल डोमीनेट होकर चलता, क्वालिटीज़ नाल डोमीनेट होंदा है, पर जीवन का तत्त निर्गुण विच है, जिथे कोई क्वालिटी नहीं है, अननोन है वो, अनडिफाइंड है वो। साहिब ने उसनों नाम कहा है। जदों मैं जुड़ जाना हाँ अंतर मन की उस अवस्था नाल जिथे सुख है, महासुख है, महासुख, क्या शब्द है महासुख। गुरु साहब कहते हैं कि गुरु नूं मिलांगे मन विच जदों शब्द रिवील होएगा, शब्द का प्रसाद बरसेगा। बबीहा अमृत वेले बोलिया, तां दर सुनी पुकार, मेघे नूं फरमान हुआ, बरसो किरपा तार। मैं कुछ समा जीवन का इस तरह का कढ़िया जदों मैं जीवन तो परे चला गया, सारी थॉट्स मेरियां गिर गईयां, मैं अंतर्मुखी होके अंतर मन विच जाना शुरू कर दिता। साहिब कहते मन दे विच सुख उत्पन्न होएगा, मन दे विच रिवील होएगी उहदी रियलिटी, और उहदे प्रसाद नाल, उहदी किरपा नाल, उहदी ग्रेस नाल, बाई फोर्स नहीं, मेरे करन नाल नहीं, मेरी ना करन नाल। असी हेनरी डेविड थियोरो की गल चलाई सी ऑन वोल्डन पॉन्ड। 2 साल दुनिया नूं छड्ड के मन नूं शांत कर लिया, अपने ही पौधे उगाए, आप ही उन्होंने खाया, उत्थे ही जींदा रहा। वॉल्डन एक्सपैरीमेंट उन्हें किताब लिखी है, पढ़ना किसी बार। जे कृष्णमूर्ति अड्डियार दे विच बैठा एक गल करता है कि ऑबजरवर एंड ऑबजर्वड जदों एक हो जाते हैं तो जीवन के भेद खुल जाते हैं। जीवन 3 तो शुरू होता है, देखना, देखण वाला, देखण की प्रक्रिया और कुछ देखा जा रहा है, सुनन की प्रक्रिया, सुनन वाला और बोलन वाला। ये 3 एक्टिविटीज़ चलदियां हैं तां जीवन शुरू होता है। तो इस हिसाब नाल कृष्णमूर्ति नो माइंड की अवस्था की गल करता है, जदों ऑबजरवर ऑबजर्वड बन जाए, 2 ना रहे। पर यह एक्सरसाइज कृष्णमूर्ति बाहरमुखी मन विच कर रहा है। वो कह रहा पेड़ नूं देखो, केवल पेड़ नूं देखते रहो, पेड़ नूं ऐ सोच के ना देखो है ओक ट्री है, ਇਹਦਾ ब्राउन कलर है, इत्थे कंडीशनड माइंड विच इनफॉर्मेशन है, केवल देखो उसनूं, अनकंडीशनड माइंड नाल देखो। उस दर्शना विच एक होल परसैप्शन रिवील होंदा है उहदे अनुसार। पर जदों असी फिजिकल का ध्यान बाहरमुखी करते हाँ, असी मन नूं डिस्टॉर्ट करते हैं, क्योंकि मन का असल तत्त जो है वो निर्गुण है। मन की जो असल बनत है, जिथे अवगतों निर्मायल उपजे, मूंद लिए दरवाजे, बाजिए ले अनहद बाजे। जिथे अनहद बाजे बजते हैं उत्थे कोई फॉर्म नहीं है, इस करके फॉर्म का ध्यान करना डिस्टॉर्ट करता है। इस प्रोसैस नूं एक तरह नाल सानू अंतर्मुखी होने तो विघन बढ़ते हैं, प्रॉब्लम्स क्रिएट होंदियां हैं। महाराज कहते हैं गुरु के शब्द नाल जुड़ांगे तो फिर पार उतर जाएगा। पार उतरन का की मतलब है? अगर मैं जींदे जी जान लिया कि मेरा मन का तत्त असल विच है की, मैं उस चीज़ नूं जान लिया या उस स्टेट ऑफ माइंड नूं अवेकन कर लिया जिहड़ा सदा लई मेरे नाल है, टाइमलैस है, बियॉन्ड डेथ है, तो फिर मैं डेथ नूं ट्रांसेंड कर लिया। एक अनचेंजिंग स्टेट ऑफ माइंड वेयर नथिंग चेंजेस इज वेयर देयर इज नो डेथ। दैट इज अ कॉन्स्टेंट सेलिब्रेशन ऑफ लाइफ। मौलाना रूमी भी यदि गल करते हैं। साहिब कहते हैं गुरु नूं मिल लो,
ਗੁਰੂ ਸ਼ਬਦ ਨੂੰ ਮਨ ਵਿੱਚ ਵਸਾ ਲਓ, ਮਨ ਬਦਲੀ ਹੋਣਾ ਸ਼ੁਰੂ ਹੋ ਜਾਏਗਾ। ਔਰ ਇੱਕ ਕਦਮ ਆਏਗਾ ਜਦੋਂ ਮਨ ਦਾ ਤੱਤ ਰਿਵੀਲ ਹੋ ਜਾਏਗਾ। ਮਨ ਦੀ ਉਹ ਪਰਮਾਨੈਂਟ ਸਟੇਟ ਆਫ ਬੀਇੰਗ ਜਾਣ ਲਵਾਂਗੇ। ਔਰ ਅਗਰ ਜਾਣ ਲਿਆ ਤਾਂ ਜੀਵਨ ਨੂੰ ਜਾਣ ਲਵਾਂਗੇ ਕੰਪਲੀਟਲੀ। ਤਾਂ ਫਿਰ ਜਾਣ ਲਵਾਂਗੇ ਕਿ ਮੌਤ ਅਸਲ ਵਿੱਚ ਹੈ ਨਹੀਂ, ਜਿਹੜੀ ਭਗਤ ਕਬੀਰ ਵੀ ਗੱਲ ਕਰਦੇ ਹਨ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਪਰਮ ਆਨੰਦ, ਕੰਪਲੀਟ bliss, mahasukh. This is our real state of being. It's beyond the ego. It's beyond the conditioned mind. When the mind becomes unified and rests in its seat of bliss. ਗੁਰੂ ਸਾਹਿਬ ਨੇ ਇਸ ਨੂੰ ਗੁਰੂ ਨਾਲ ਮਿਲਣ ਦਾ ਕਿਹਾ ਹੈ। ਗੁਰੂ ਨਾਨਕ ਸਾਹਿਬ ਨੂੰ ਇਹ ਜਿਹੜੀ ਪੰਕਤੀ ਸਾਨੂੰ ਬਖਸ਼ੀ ਹੈ, ਸਾਹਿਬ ਜੀਵਨ ਦੀ ਚਾਬੀ ਦੇ ਰਹੇ ਹਨ। ਕੀ ਟੂ ਲਾਈਫ। ਉਲਝ ਗਏ ਜੀਵਨ, ਅਸੀਂ ਸਾਰੇ ਹੀ ਉਲਝੇ ਹੋਏ ਹਾਂ। ਮਨ ਦੇ ਵਿੱਚ ਜੀਵਨ ਉਲਝਣ ਹੀ ਹੈ, ਮਨ ਦੇ ਵਿੱਚ ਕੋਈ ਸੋਲਿਊਸ਼ਨਸ ਨਹੀਂ ਹਨ। ਕਿਹੜੇ ਮਨ ਵਿੱਚ? ਕੰਡੀਸ਼ਨਡ ਮਾਈਂਡ ਵਿੱਚ। ਜਿਹੜਾ ਮੇਰਾ ਨੋਨ ਮਾਈਂਡ ਹੈ ਉਹ ਮੇਰਾ ਟੂਲ ਹੈ, ਜਿਸ ਨੇ ਮੈਨੂੰ ਉਲਝਾ ਦਿੱਤਾ ਹੈ। ਮੈਂ ਹੀ ਉਲਝ ਗਿਆ ਹਾਂ, ਡਾਇਰੈਕਸ਼ਨ ਗੁਆਚ ਗਈ ਹੈ। ਔਰ ਡਿਊ ਟੂ ਮਾਈ obsessive indulgence with this state of mind, मैं अपनी डायरेक्शन भी गवा चुकिया हाँ। क्योंकि बार बार मेरा जीवन ऐसे मन वल खिंचिया जाता है जिहड़ा मन जीवन के बाहरमुखी मन नाल रिलेशन रखता है। महाराज कहते हैं फिर इस स्टेट विच अगर असी रवांगे फिर डुब जावांगे, फिर गुरु नहीं मिलता। ये गुरु नूं ना मिलन दे कंडीशनस हैं। असी आसा दी वार दी वो पंक्ति 2-3 बार विचार चुके हैं। पर गुरु एक सुनेहा ले आया है। गुरु नानक साहब धरती ते एक सुनेहा लैके उतरे हैं, डिविजन्स तोड़ दो जीवन दियाँ। यह सारा जीवन, सारी लाइफ एक यूनिफाइड रेलम है, जिसका क्रिएटर, जिसकी एनर्जी एक यूनिफाइड एनर्जी है। इन्हां दी डिविजन्स नूं तोड़ दिओ मन विच। ना तां रिलीजन दा भेद रखो, ना किसी होर भेद नाल डोमिनेट हो। जान लो कि जीवन दरअसल एक ही है, दो नहीं हैं। वी आर ऑल वन माइंड, वन स्पिरिट, वन लाइफ सेलिब्रेटेड टुगेदर। मैं सत तो टुटिया क्यों हाँ? क्योंकि मैं अपनी ईगो विच रहना चाहता हाँ। मैं अपनी ईगो विच रह के कहना चाहता हाँ, आई एम राइट, आई एम बेटर, आई एम हायर, आई एम ग्रेटर, आई नो मोर, आई एम मोर अवेयर। And this causes wars, confusions, conflicts, dominance, suppression, pain, hurt, anger, frustration. This is the state of today's world. एक नशा है, महाराज कहते हैं नाम विच पाई। उस नशे विच जाए बिना जीवन नहीं जानिया जा सकता। पर असी जीवन दे दुख नाल अगर वाह रखांगे और अगर बाहरमुखी जीवन नूं ही सुख जाणांगे तो फिर दुख ही साडे नेड़े आएगा। नाम नाल ਇਹ सब रोग हट सकते हैं। यह रोग है। दिस इज़ माई melody. This is my problem from where I have no solution. Going again and again in the same circles. हजूर कहते हैं गुरु नूं मिलना है। अगर सल्यूशन लभने हैं जीवन दे, जिस गुर मिले, जिसनों गुरु मिलता है, जिसनों गुरु शब्द मन विच रिवील हो जाता है, मन बदल जाता है। कंडीशनड माइंड भी निर्मल हो जाता है।
ਔਰ ਦਰਵਾਜ਼ੇ ਖੁੱਲ੍ਹ ਜਾਂਦੇ ਹਨ, ਡੋਰਸ ਟੂ ਸੋਲਿਊਸ਼ਨਸ। ਗੁਰੂ ਨੂੰ ਮਿਲਣ ਦੀ ਚਾਹ ਕਿਤਨੀ ਹੋ ਜਾਂਦੀ ਹੈ ਜਦੋਂ ਅਸੀਂ ਜਾਣਦੇ ਹਾਂ ਕਿ ਗੁਰੂ ਨੂੰ ਮਿਲ ਕੇ ਜੀਵਨ ਦੇ ਸੋਲਿਊਸ਼ਨ ਮਿਲ ਜਾਣਗੇ। ਇੱਕ ਨਾਲ ਰਾਈਡਰ ਹੈ ਗੁਰੂ ਸਾਹਿਬ ਦਾ, ਅਵਗੁਣ ਮੇਟੇ ਗੁਣ ਨਿਸਤਾਰੇ। ਗੁਰੂ ਨੂੰ ਮਿਲ ਕੇ ਅਵਗੁਣ ਮਿਟ ਜਾਂਦੇ ਹਨ। ਸਭ ਤੋਂ ਵੱਡਾ ਅਵਗੁਣ ਕੀ ਹੈ ਜੀਵਨ ਦਾ? ਜੀਵਨ ਦੀ ਇਗਨੋਰੈਂਸ ਵਿੱਚ ਜੀਣਾ ਇੱਕ ਬੜਾ ਵੱਡਾ ਅਵਗੁਣ ਹੈ। ਡਾਰਕਨੈਸ ਵਿੱਚ ਜੀਣਾ, ਵਿਦਾਊਟ ਨੋਇੰਗ ਵਾਟ ਆਈ ਐਮ, ਵੇਅਰ ਆਈ ਐਮ, ਵਾਟ ਆਈ ਐਮ ਡੂਇੰਗ, ਵੇਅਰ ਆਈ ਐਮ ਗੋਇੰਗ, ਐਂਡ ਥਿੰਕਿੰਗ ਦੈਟ ਆਈ ਨੋ ਇਟ, ਅਵਗੁਣ ਹੈ। ਮੈਂ ਸਾਰਾ ਜਨਮ ਇੱਕ ਜੀਵਨ ਨੂੰ ਜੀ ਰਿਹਾ ਹਾਂ ਇਹ ਸਮਝ ਕੇ ਕਿ ਮੈਂ ਜੀਵਨ ਨੂੰ ਜਾਣਦਾ ਹਾਂ, ਆਪਣੇ ਆਪ ਨੂੰ ਧੋਖਾ ਦੇ ਰਿਹਾ ਹਾਂ। ਔਰ ਇਸ ਜੀਵਨ ਨੂੰ ਕਿਸ ਨੇ ਬਣਾਇਆ, ਉਸ ਤੇ ਡਿਨਾਇਲ 'ਚ ਹਾਂ। ਉਹ ਕਿੱਥੇ ਹੈ? ਮਹਾਰਾਜ ਕਹਿੰਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਈ। ਖੋਜਣਾ ਹੈ ਕਿਧਰ ਜਾ ਰਿਹਾ ਹੈ, ਜੋ ਤੇਰੇ ਸੰਗ ਹੈ ਉਹਨੂੰ ਕਿੱਥੇ ਲੱਭਣ ਜਾ ਰਿਹਾ ਹੈ। ਸਰਬ ਨਿਵਾਸੀ, ਜੋ ਹਰ ਜਗ੍ਹਾ ਜੀਂਦਾ ਹੈ, ਕ੍ਰੀਏਸ਼ਨ ਦੀ ਕਣਕੇ ਕਣਕੇ ਵਿੱਚ ਜਿਹਦੀ ਰੈਵੋਲੂਸ਼ਨ ਹਾਜ਼ਰ ਹੈ। ਸਦਾ ਅਲੇਪਾ, ਜੋ ਦਿਖਦਾ ਨਹੀਂ ਹੈ, ਲਿਪ ਹੈ, ਸਾਹਮਣੇ ਨਹੀਂ ਆਉਂਦਾ। ਹੀ ਡਜ਼ਨਟ ਕਮ ਫਾਰਵਰਡ ਐਂਡ ਸੇ ਆਈ ਐਮ, ਔਰ ਇਟ ਡਜ਼ਨਟ ਕਮ ਫਾਰਵਰਡ ਐਂਡ ਸੇ ਆਈ ਐਮ। ਜੀਵਨ ਦੀ ਕ੍ਰੀਏਸ਼ਨ ਦੀ ਐਨਰਜੀ ਰਿਵੀਲ ਨਹੀਂ ਕਰਦੀ ਆਪਣੇ ਆਪ ਨੂੰ, but it lives with us. It lives parallel to us, along with us, not far away from us. And where does it reveal itself? In the state of mind. ਮਨ ਦੇ ਅੰਦਰ ਇਹ ਝਾਕੀ ਮਿਲਦੀ ਹੈ ਕਿ ਜੀਵਨ ਦਾ ਸੱਤ ਕੀ ਹੈ। ਉਸ ਮਨ ਨਾਲ ਗੁਰੂ ਦੇ ਸ਼ਬਦ ਨਾਲ ਜੁੜਿਆ ਜਾ ਸਕਦਾ ਹੈ। ਇਸ ਨੂੰ ਸਾਹਿਬ ਨੇ ਕਿਹਾ ਕਿ ਪਾਰ ਉਤਰ ਗਿਆ, ਨਹੀਂ ਤਾਂ ਡੁੱਬ ਗਿਆ, ਡਰਾਊਂਡ, ਲੌਸਟ। ਔਰ ਅਗਰ ਜਾਣ ਲਿਆ ਤਾਂ ਪਾਰ ਗਿਆ। then it doesn't matter what the other issues of life were. If I have lived an experience which is pleasant but ultimately very painful, ਉਹਦਾ ਕੀ ਮਤਲਬ ਹੈ? I live an experience which may be struggled, but which finds the ultimate solution of life. That's a permanent solution. ਸਾਹਿਬ ਕਹਿੰਦੇ ਹਨ ਕਿ ਨਾਮ ਨਾਲ ਮੈਂ ਇੱਕ ਤਰਲ ਮਨ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹਾਂ, ਇੱਕ ਸੁੱਖ ਦੀ ਅਵਸਥਾ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹਾਂ। ਔਰ ਉਹਦੀ ਦੋ ਕੰਡੀਸ਼ਨਸ ਹਨ। ਇੱਕ ਤੇ ਉਹ ਫਰੀਡਮ ਵਿੱਚ ਹੈ, ਆਜ਼ਾਦ ਹੈ, ਮੁਕਤ ਹੈ। ਕਿਉਂਕਿ ਅਗਰ ਮੇਰਾ ਸੁੱਖ ਕਿਸੇ ਕੰਡੀਸ਼ਨ ਨਾਲ ਜੁੜਿਆ ਹੋਏਗਾ ਤਾਂ ਫਿਰ ਉਹ ਸੁੱਖ ਬੰਧਨ ਬਣੇਗਾ। ਆਪ ਸਮਝਣਾ ਗੱਲ ਨੂੰ। ਮੈਂ ਕਿਸੇ ਪੈਨ ਨਾਲ ਲਿਖਣ ਦੇ ਆਦੀ ਹਾਂ, ਐਂਡ ਆਈ ਇੰਜੋਏ ਰਾਈਟਿੰਗ ਵਿਦ ਅ ਪੈਨ, ਵਿਦ ਦੈਟ ਪੈਨ। ਜਦੋਂ ਉਹ ਪੈਨ ਮੇਰੇ ਕੋਲ ਨਹੀਂ ਹੋਏਗਾ ਤਾਂ ਫਿਰ ਮੈਂ ਲਿਖ ਨਹੀਂ ਪਾਵਾਂਗਾ। ਮੈਂ ਆਜ਼ਾਦ ਨਹੀਂ ਹਾਂ। ਹੁਣ ਮੈਨੂੰ ਉਸ ਪੈਨ ਨੇ ਬੰਨ੍ਹ ਲਿਆ। ਇਸ ਤਰ੍ਹਾਂ ਰਿਲੇਸ਼ਨਸ਼ਿਪਸ, ਸਿਚੁਏਸ਼ਨਸ, ਇਹਨਾਂ ਨੇ ਸਭ ਨੇ ਸਾਨੂੰ ਬੰਨ੍ਹਿਆ ਹੋਇਆ ਹੈ। ਅਗਰ ਅਸੀਂ ਆਪਣਾ ਸੁੱਖ ਇਹਨਾਂ ਨਾਲ ਅਟੈਚ ਕੀਤਾ ਹੋਇਆ, ਯਾਨੀ ਕਿ ਮੈਂ ਉਸ ਸੁੱਖ ਨੂੰ ਨਹੀਂ ਜਾਣਦਾ ਜਿਹੜਾ ਅਨਕੰਡੀਸ਼ਨਡ ਸੁੱਖ ਹੈ, ਜਿਹੜਾ ਬਿਨਾਂ ਕਿਸੇ ਕੰਡੀਸ਼ਨਸ ਦੇ ਹੈ। ਗੁਰੂ ਅਮਰਦਾਸ ਨੇ ਇਸ ਨੂੰ ਆਨੰਦ ਕਿਹਾ ਹੈ। An absolute state of unconditioned happiness which does not depend on any physical situation, let it be time, space or any cause. It's free. So it sets us free. ਤੁਸੀਂ ਇਹ ਲਾਈਨ ਸੁਣੀ ਹੋਏਗੀ, love sets us free. ਪਰ ਅਗਰ ਲਵ ਕਿਸੇ ਕਾਰਨ ਕਰਕੇ ਹੋਏਗਾ, it will not set you free. In that condition, love and hate will go together.
ਸੋ ਗੁਰਬਾਣੀ ਵਿੱਚ ਵੀ ਜਿਹੜੀ ਮੈਰਿਜ ਦੀ ਡੈਫੀਨੇਸ਼ਨ ਹੈ ਉਹ ਸਪਿਰਿਚੁਅਲ ਰੈਲਮ ਦੀ ਹੈ। ਜਦ ਤੱਕ ਸਪਿਰਿਟ ਨਹੀਂ ਮਿਲਦੀ, ਦੋ ਜਣਿਆਂ ਦੀ ਸਪਿਰਿਟ ਇੱਕ ਨਹੀਂ ਹੁੰਦੀ, ਮੈਰਿਜ ਕੰਪਲੀਟ ਨਹੀਂ ਹੋ ਰਹੀ, ਅਧੂਰਾ ਮਿਲਣ ਹੈ। ਮਹਾਰਾਜ ਕਹਿੰਦੇ ਨੇ ਆਜ਼ਾਦ ਹੋਣਾ ਹੈ। ਗੁਰ ਸ਼ਬਦ ਦੇ ਰਸਤੇ ਤੋਂ ਆਜ਼ਾਦ ਹੋ ਸਕਦੇ ਹਾਂ ਔਰ ਉਸ ਮਹਾਸੁੱਖ ਨੂੰ ਪਾ ਕੇ ਹੀ ਆਜ਼ਾਦ ਹੋ ਸਕਦੇ ਹਾਂ। ਸੋ ਆਜ਼ਾਦੀ, ਫਰੀਡਮ and unconditioned happiness go together. Only if I have unconditioned happiness am I free. Otherwise, my happiness is dependent on my environment in some way or the other. And I will ultimately be in pain because of that. ਉਹ ਸੁੱਖ ਦਾ ਦੁੱਖ ਦਾ ਇੱਕ ਹੋਰ ਪ੍ਰਤੀਬਿੰਬ ਹੀ ਹੈ, ਇੱਕ ਰਿਫਲੈਕਸ਼ਨ ਹੈ ਅਲਟੀਮੇਟ ਦੁੱਖ ਦੀ। वो दरअसल सुख दुख ही है। सुख दुख को तुम सम कर जानो और मान अपमाना। इस तरह देखा जाए तो मेरे दुख का कारण मेरी सुख की पाल है। जदों मैं सुख नूं लभण जांदा हाँ तो मैनूं दुख मिलता है, क्योंकि वो किसी कारण करके है। गुरु शब्द, गुरु नाम, सहज, यह अवस्था उस मन की स्टेट की डेफिनेशन सन जिथे अनकंडीशनड हैप्पीनेस रैसट करती है साढ़े अंतर विच ही, साढ़े नाल ही। तो है संग समाई, कितना इंटेंस वर्ड है संग, नाल साढ़े। महाराज सानू एक मुक्ति की गल वल टोर रहे हैं, एक महासुख की गल दस रहे हैं, नाल दस रहे हैं कि शब्द नूं नाल रखना पाई। शब्द की डायमेंशन असीं विचार चुके हैं, पर हर बार असीं गल करते हैं शायद कन्फ्यूजन ही रह जाता है। अगर मैं जीवन नूं छड्ड दियां, नोन लाइफ नूं छड्ड दियां, नोन एसोसीएशनस नूं छड्ड दियां, थॉट नूं छड्ड दियां और एक ऐसे रैलम नूं एंटर करा जिथे अननोन का सहारा है, शब्द के रस्ते, बाणी दे रस्ते, जप दे रस्ते, जिथे नाम नाल मेरी लिव जुड़ जाती है। इसनूं शब्द किया है गुरु साहब ने। शब्द की विचार, जिस तरह असी हुण शब्द नूं विचार रहे हैं, कितने प्यारे विचार हैं, मन बदली हो जाता है। मैं आप नाल बैठ के कुछ समा गुरु नानक साहब की इन्हें पदियां की विचार करता हाँ, मैं उठता कुछ होर हाँ, बैठता कुछ होर हाँ। शब्द विचार गुरु नानक नाल जिवें मिलन हो जाता है, दुनिया के दुख परेशानियां दूर रह जांदियां, जिवें सुकून आ जाता है, ठंड आ जाती है मन नूं, जिवें गुरु अंतर मन विच रिवील करता है कि जीवन एक इंतहा ऑप्टिमिज्म की स्टोरी है, एक इमेंस सैलीब्रेशन है जिहड़ी अंतरजान नाल रिवील हुंदी है। बाहर दी आस छड्डण नाल अंतरजान नाल ही गल बननी शुरू हुंदी है। महाराज दसदे हैं एक सैलीब्रेशन है लाइफ, जिस तो मैं टुटिया होया हाँ, उस नाल जुड़ना ही जीवन है। नहीं तो केओस, कॉन्फ्लिक्ट्स, कन्फ्यूजन्स, प्रैशरस, ਇਹਦੇ ਵਿੱਚ जीवन का सारी सार निकल जाता है, कुछ हथ विच नहीं रहिंदा। इसे ਲਈ दुनिया ਨੂੰ इल्यूजन कहा है, माया कहा है। जो दूरों लगता है कि कुछ मिल गया और मिलता कुछ भी नहीं। मन दे विच उस जीवन का अक्स पिया है जिथे अंतर मन लोप ही है, छिपिया ही रहा, मैनू पता ही नहीं लग्या। केवल उस मन विच मैं जींदा रहा जिस मन ने गिर जाना है। इंद्रियां दे जांदे ही मन कलैप्स कर जाएगा, अंतर्मुखी हो जाएगा और उस मन नू मैं जानदा नहीं हाँ। मेरी ईगो दे बियॉन्ड है सारी स्टोरीज शुरू होंदियां। नेचर दे नेड़े ईगो गिर जाती है।
open ourselves to a walk in nature and we merge with nature, ਉੱਥੇ ਇੱਕ ਹਜ਼ੂਰੀ ਆ ਜਾਂਦੀ ਹੈ ਮਨ ਵਿੱਚ। ਇੱਕ ਤਰ੍ਹਾਂ ਦੀ ਸ਼ਬਦ ਦੀ ਗੱਲ ਹੈ, ਪਰ ਸ਼ਬਦ ਇਜ਼ ਫਾਰ ਮੋਰ ਇੰਟੈਂਸ। ਥੋੜ੍ਹੀ ਜਿਹੀ ਇਹਦੇ ਵਿੱਚ ਪ੍ਰੇਮ ਦੀ ਗੱਲ ਨਾਲ ਨਾਲ ਚੱਲਦੀ ਹੈ। ਗਾਵੀਏ ਪੂਰੇ ਮਨ ਨਾਲ, ਗਾਣਾ, ਜੁੜ ਜਾਣਾ, ਬਹਿ ਜਾਣਾ ਇੱਕ ਐਨਰਜੀ ਦੇ ਨਾਲ, ਸੁਣਨਾ, ਉਸ ਗਾਣ ਨੂੰ ਫਿਰ ਸੁਣ ਲੈਣਾ ਤਾਂ ਕਿ ਇੱਕ ਮਨ ਹੋ ਜਾਏ, ਦੋ ਨਹੀਂ ਰਹੇ। ਮਨ ਰੱਖੀਏ ਪਾਓ। ਮਨ ਦਾ ਇੱਕ ਪ੍ਰੇਮ ਦਾ ਦਰਵਾਜ਼ਾ ਖੁੱਲ੍ਹ ਗਿਆ। ਪ੍ਰੇਮ ਨੇ ਦੁੱਖ ਨੂੰ ਖਤਮ ਕਰ ਦਿੱਤਾ। ਗਾਵੀਏ, ਸੁਣੀਏ, ਮਨ ਰੱਖੀਏ ਪਾਓ, ਦੁੱਖ ਪਰ ਹਰ, ਸੁੱਖ ਘਰ ਲੈ ਜਾਏ। ਸੁੱਖ ਦੇ ਘਰ ਵਿੱਚ ਮੈਂ ਚਲਾ ਗਿਆ। ਪੈਰ ਮੇਰੇ ਪ੍ਰੇਮ ਨਾਲ ਗਾਈਡਡ ਸਨ, ਇਮੋਸ਼ਨਸ ਨਾਲ ਗਾਈਡਡ ਸਨ। ਟਰਾਂਸੈਂਡ ਕਰ ਗਿਆ ਮੈਂ ਸਾਰੀ ਡੁਐਲਿਟੀਜ਼ ਨੂੰ, ਕੌਨਫਲਿਕਟਸ ਨੂੰ, ਪ੍ਰੇਮ ਦੇ ਸਹਾਰੇ। ਲਵ ਇਜ਼ ਗॉड। किसी कारण प्रेम नहीं है, प्रेम ही है। ये सारा जीवन, ये सारी क्रिएशन एक प्रेम की कथा है। उस प्रेम नू जाने बिना महाराज कहते हैं, साज कहो मैं सुन ले हो सबे, जिन प्रेम कियो तिन ही प्रभ पायो। जिसने प्रेम किया उसने प्रभ नू जानिया, जिसने प्रेम नहीं किया उसने कुछ भी नहीं जानिया। जीवन का एक रहस्य जिसनों असी सोचते हाँ साडे तो बहुत दूर है, साडे नाल नाल चलता है। बस मन विच प्रेम दे दरवाजे खोलने हैं, आनंद दे दरवाजे खोलने हैं। महाराज गुरु नानक साहब के बचनों विच अपने मन नू लीन कर देना है। साहिब कहते हैं मुक्ति मिल जानी है, आज़ादी मिल जानी है, और महासुख एक इहो जिहा सुख जो सारिया सुखां दा तो उपर दा सुख है। गुर शब्द विचार, शब्द दी विचार और शब्द दा ध्यान। मैं विचार नू भी ध्यान ही गिनदा हाँ। पहले विचार ते गल चलेगी, फिर शब्द का ध्यान ते मन उतर जाएगा। मैं गुर दे शब्द नू मन लिया, मैं उहदे विचार समझ ले, मैं समझ लिया गुरु की कह रहा है, फिर मेरा मन ही लीन हो गया। मेरी थॉट्स शब्द बन गईयां, मेरी अपनी कोई थॉट नहीं रही। गुरु नू ही मैं जान लिया। हुण गुरु शब्द मेरा सत हो गया, मेरा कंडीशनड माइंड गिर गया। हुण गुर प्रसाद की उड़ीक है। मैं सोचता नहीं, हुण बाणी दे आनंद नू महसूस करता हाँ। हुण मैं एकाग्रता विच शब्द दे विच लीन रहिंदा हाँ। एक इहो जिहे प्रेम नाल जीवन भर जांदा लगदा है मैनू, जिथे गुरु दी हजूरी और हाज़री सदा ही है। महासुख गुरु नानक साहब सानू जोड़ना चाहुंदे हन। टुटिया नू जोड़ना यह गुरु का काम है। हनेरे विच दीप जवाना यह गुरु का काम है। मेरे अवगुण नू मिटाना मेरे गुरु का काम है, मेरा नहीं है। मेरी होंद अवगुण है, मैं हाँ, इत्थों अवगुण शुरू होंदे हन। एक तू ही निरंकार, इत्थे गुण हन, उहदे विच हन सारे गुण। मेरे मैं तो शुरू होकर मैं अवगुणों का मालक बनना शुरू हो जाता हाँ। एक इहो जिहा महल उसारदा हाँ जिहड़ा रियल नहीं है, पर उसनूं रियल बनाते बनाते मैं एक इहो जिहे कॉन्फ्लिक्ट्स के जरिए बहना शुरू हो जाता हाँ, जिथे मैं अपने आप नूं जीवन तो तोड़ देंदा हाँ। अपनी रियलिटी नूं इस्टैबलिश करते हुए जीवन दे सुख तो टुट जाता हाँ। कासल्स इन द स्काई नॉट रियल, माई अटैम्प्ट टू मेक दम रियल इज़ अ कॉन्फ्लिक्ट। हजूर दे
ਇਹਨਾਂ ਸ਼ਬਦਾਂ ਦੇ ਨਾਲ ਇੱਕ ਦਰਸ਼ਨ ਹੁੰਦੇ ਹਨ ਮਹਾਰਾਜ ਦੇ, ਇੱਕ ਇਹੋ ਜਿਹੇ ਸਲਿਊਸ਼ਨ ਦੇ ਜਿਹੜੀ ਇਸ ਜੀਵਨ ਦੀ ਘੁੰਮਣ ਘੇਰੀ ਤੋਂ ਪਰੇ ਲੈ ਜਾਂਦੇ ਹਨ। ਦੱਸਦੇ ਹਨ ਕਿ ਜੀਵਨ ਵਿੱਚ ਕੁਝ ਹੋਰ ਵੀ ਹੈ ਜੋ ਹਾਲੇ ਤੱਕ ਨਹੀਂ ਦੇਖਿਆ। ਗੁਰ ਸ਼ਬਦ ਵਿਚਾਰ, ਇਹਨੂੰ ਵਿਚਾਰ ਔਰ ਇਹਦੇ ਧਿਆਨ ਵਿੱਚ ਬੈਠ ਜਾ, ਗੁੰਮ ਹੋ ਜਾ ਇਹਦੇ ਵਿੱਚ, ਮਨ ਟਹਿ ਜਾਏਗਾ, ਮੈਂ ਮੁੱਕ ਜਾਏਗਾ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹਜੂਰ ਦੀ ਇਸ ਬਾਣੀ ਦੇ ਦਰਸ਼ਨ ਕਰਦੇ ਕਰਦੇ ਸਾਨੂੰ ਜੀਵਨ ਦੇ ਤੱਤ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਸ਼ਬਦ ਤੋਂ ਮਨ ਦੀ ਇੱਕ ਰੈਵਲੇਸ਼ਨ ਮਿਲਦੀ ਹੈ, ਮਨ ਦੀ ਇੱਕ ਸੈਲੀਬ੍ਰੇਸ਼ਨ ਦੀ ਖਬਰ ਆਉਂਦੀ ਹੈ ਜਿਹੜੇ ਸਾਡੇ ਅੰਤਰ ਦੇ ਮਨ ਨੂੰ ਜਗਾ ਦਿੰਦੀ ਹੈ। ਉਹ ਸਾਡਾ ਆਜ਼ਾਦੀ ਦਾ ਘਰ ਹੈ, ਮਹਾਂਸੁੱਖ ਦਾ ਘਰ ਹੈ। ਅਸੀਂ ਉਹਦੇ ਬੀਜ ਹੀ ਬੋ ਰਹੇ ਹਾਂ ਇਹਨਾਂ ਵਿਚਾਰਾਂ ਦੇ ਜ਼ਰੀਏ। ਉਸ ਰਸਤੇ ਨੂੰ ਮਨ ਦੇ ਖੋਲ੍ਹ ਰਹੇ ਹਾਂ ਹੌਲੇ ਹੌਲੇ, ਇਹਨਾਂ ਸ਼ਬਦਾਂ ਦੇ ਵਿੱਚ ਵਿਚਾਰ ਕਰਕੇ, ਇਸ ਸ਼ਬਦ ਦਾ ਧਿਆਨ ਕਰਕੇ। ਸਾਹਿਬ ਕਹਿੰਦੇ ਹਨ ਜੀਵਨ ਦੀ ਵਿਕਟਰੀ, ਜੀਵਨ ਦੀ ਜਿੱਤ ਸਿਰਫ ਗੁਰਮੁਖ ਦੇ ਹੱਥ ਵਿੱਚ ਹੈ। ਕਰੋੜਾਂ ਲੱਖਾਂ ਕਰੋੜਾਂ ਦਾ ਮੈਂ ਮਾਲਕ ਜੀਵਨ ਵਿੱਚ ਬਣ ਸਕਦਾ ਹਾਂ, ਮੈਂ ਬਹੁਤ ਗਿਆਨਵਾਨ ਹੋ ਸਕਦਾ ਹਾਂ, ਬਹੁਤ ਸਟੇਟਸ ਵਾਲਾ ਹੋ ਸਕਦਾ ਹਾਂ, ਬਟ ਇਹ ਹਾਰ ਹੈ ਜੀਵਨ ਦੀ। ਜਦ ਤੱਕ ਗੁਰੂ ਨੂੰ ਅੰਤਰ ਮਨ ਵਿੱਚ ਨਹੀਂ ਜਾਣਿਆ, ਗੁਰੂ ਸ਼ਬਦ ਰਿਵੀਲ ਨਹੀਂ ਹੋਇਆ, ਤਦ ਤੱਕ ਜੀਵਨ ਦੀ ਹਾਰ ਹੀ ਹੈ। ਅਨਕੰਡੀਸ਼ਨਡ ਜੀਵਨ ਨੂੰ ਨਹੀਂ ਜਾਣਿਆ ਤਾਂ ਹਾਰ ਕੇ ਗਿਆ। ਫਿਰ ਨਾਲ ਕੁਛ ਨਹੀਂ ਜਾਏਗਾ, ਦੁੱਖ ਹੀ ਜਾਏਗਾ, ਕੌਨਫਲਿਕਟ ਜਾਏਗਾ, ਮੂਵਮੈਂਟ ਜਾਏਗੀ, ਕਰਮ ਡਿਕਟੇਟ ਕਰਨਗੇ। ਹੁਣ ਨਦਰ ਨਹੀਂ ਡਿਕਟੇਟ ਕਰੇਗੀ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਆਜ਼ਾਦੀ ਨਹੀਂ ਹੈ, ਹੁਣ ਕਰਮਾਂ ਨਾਲ ਬੰਨਿਆ ਗਿਆ। ਫਿਰ ਚੇਂਜ ਦੇ ਵਿੱਚ ਹੀ ਜਾਂਦਾ ਰਹੇਗਾ। ਕੌਨਸਟੈਂਟ ਚੇਂਜ, ਕੌਨਸਟੈਂਟ ਮੂਵਮੈਂਟ, ਇਨਸਟੇਬਿਲਿਟੀ, ਇਨਸਿਕਿਉਰਿਟੀ, ਇਹ ਜੀਵਨ ਦੀ ਕੰਡੀਸ਼ਨਸ ਬਣ ਜਾਣਗੀਆਂ। ਗੁਰਮੁਖ ਕਦੇ ਨਾ ਆਵੇ ਹਾਰ, ਪਰ ਜਿਸ ਨੇ ਜਾਣ ਲਿਆ ਉਹ ਕਦੇ ਹਾਰ ਕੇ ਨਹੀਂ ਜਾਂਦਾ। ਫਿਰ ਉਸਨੇ ਜੀਵਨ ਦੀ ਵਿਕਟਰੀ ਨੂੰ ਜਾਣ ਲਿਆ, ਉਸਨੇ ਉਸ ਅੰਤਰਮਨ ਦੀ ਸਟੇਟ ਨੂੰ ਜਾਣ ਲਿਆ ਜਿਹੜੀ ਸਦਾ ਲਈ ਨਾਲ ਰਹੇਗੀ। ਕੱਲ ਮੌਤ ਵੀ ਆਏਗੀ ਤਾਂ ਮੇਰਾ ਕੁਛ ਨਹੀਂ ਵਿਗਾੜ ਪਾਏਗੀ। ਮੇਰੇ ਕੋਲ ਇੱਕ ਘਰ ਹੈ ਜਿਹੜਾ ਮਹਾਂਸੁੱਖ ਦਾ ਭਰਿਆ ਹੈ। ਹੁਣ ਮੇਰੇ ਤੋਂ ਕੀ ਲੈ ਲਓਗੇ ਭਾਈ? ਸਰੀਰ ਤਾਂ ਸਭ ਦਾ ਜਾਣਾ ਹੈ। ਅਗਰ ਮਹਾਂਸੁੱਖ ਮਿਲ ਗਿਆ ਤਾਂ ਸਭ ਕੁਝ ਮਿਲਿਆ, ਨਹੀਂ ਮਿਲਿਆ ਤਾਂ ਕੁਛ ਵੀ ਨਹੀਂ ਮਿਲਿਆ। ਫਿਰ ਤਾਂ ਜੀਂਦੇ ਜੀ ਮਰ ਗਿਆ ਸਮਝੋ। ਸਮੇਂ ਦੇ ਅੰਦਰ ਹੀ ਹੈ। ਫਿਰ ਇੱਕ ਡਰਦਾ ਹੀ ਜੀਵਨ ਰਹਿ ਗਿਆ ਕਿ ਹੁਣ ਇਹ ਕਦੋਂ ਮੁੱਕੇਗਾ। ਔਰ ਇਹ ਅਵੇਅਰਨੈਸ ਵੀ ਹੈ ਕਿ ਕਿਸੇ ਦਿਨ ਮੁੱਕਣਾ ਹੈ। ਇਸ ਕਰਕੇ ਫੀਅਰ ਡੋਮੀਨੇਟ ਕਰਦਾ ਹੈ। ਦੋ ਹੀ ਸ਼ਕਤੀਆਂ ਡੋਮੀਨੇਟ ਕਰਦੀਆਂ ਹਨ ਲਾਈਫ ਨੂੰ, ਜਾਂ ਫੀਅਰ ਜਾਂ ਲਵ। ਅਗਰ ਨਾਮ ਦਾ ਪ੍ਰੇਮ ਨਹੀਂ ਆਇਆ ਤਾਂ ਡਰ ਹੀ ਰਹੇਗਾ। ਫਿਰ ਜਦ ਪ੍ਰੇਮ ਆ ਗਿਆ ਤਾਂ ਡਰ ਫਿਰ ਨਹੀਂ ਰਹੇਗਾ। ਕਿਸ ਚੀਜ਼ ਤੋਂ ਡਰੇਗਾ? ਉਹਦੇ ਕੋਲ ਮਹਾਂਸੁੱਖ ਔਰ ਮੁਕਤੀ ਮਿਲ ਚੁੱਕੀ ਹੈ। ਹੁਣ ਉਹ ਹਾਰੇਗਾ ਨਹੀਂ ਕਦੇ ਵੀ। ਹੁਣ ਮਹਾਰਾਜ ਨੇ ਕਿਹਾ ਗੁਰਮੁਖ ਕਦੇ ਨਾ ਆਵੇ ਹਾਰ। ਸਮੇਂ ਦੇ ਵਿੱਚ ਨਹੀਂ ਰਹਿ ਗਿਆ। ਹੁਣ ਕਾਲ ਰਹਿਤ ਜੀਵਨ ਮਿਲ ਗਿਆ। ਡਾਇਮੈਂਸ਼ਨ ਬਿਯੋਂਡ ਟਾਈਮ, ਕਾਲ ਰਹਿਤ, ਟਾਈਮਲੈਸ। ਅੱਗੇ ਸਾਹਿਬ ਇੱਕ ਸਿਮਲੀ ਦਿੰਦੇ ਹਨ, ਇੱਕ ਦੁਕਾਨ ਦੀ ਔਰ ਇੱਕ ਵਣਜ ਦੀ, ਇੱਕ ਟਰੇਡ ਦੀ। ਮਹਾਰਾਜ ਕਹਿੰਦੇ ਹਨ ਕਿ ਸਰੀਰ ਇੱਕ ਦੁਕਾਨ ਹੈ। ਇਮੈਜਿਨ ਕਰੋ, ਦੁਕਾਨ ਸਦਾ ਲਈ ਨਹੀਂ ਹੁੰਦੀ। ਦੁਕਾਨ ਇੱਕ ਚੇਂਜ ਲਿਆਉਣ ਦਾ ਤਰੀਕਾ ਹੈ। ਦੁਕਾਨ ਇੱਕ ਓਪਰਚੁਨਿਟੀ ਹੈ, ਇੱਕ ਹੋਪ ਹੈ, ਇੱਕ ਟਰੇਡ ਹੋ ਰਿਹਾ ਹੈ। ਉਹਦੇ ਵਿੱਚ ਮਨ ਦਾ ਟਰੇਡ ਹੋ ਰਿਹਾ ਹੈ। ਮੈਂ ਆਪਣੇ ਮਨ ਨੂੰ ਕਿੱਥੇ ਵੇਚਾਂਗਾ?
ਮੈਂ ਮਨ ਨੂੰ ਜੀਵਨ ਨਾਲ ਜੋੜ ਲਿਆ, ਉਸ ਜੀਵਨ ਨਾਲ ਜਿਹੜਾ ਸਮੇਂ ਨਾਲ ਮੁੱਕ ਜਾਣਾ ਹੈ। ਜੋ ਦੀਸੇ ਸੋ ਕਾਲੇ ਕਰਨਾ। ਤਾਂ ਮੈਂ ਮਨ ਨੂੰ ਵੇਚਿਆ। ਮੈਂ ਮਨ ਦਾ ਮਾਲਕ ਹਾਂ ਅੱਜ। ਮੇਰੇ ਕੋਲ ਡਿਸੀਜਨ ਲੈਣ ਦੀ ਪਾਵਰ ਹੈ, ਔਰ ਜੋ ਮੈਂ ਡਿਸਾਈਡ ਕਰਾਂਗਾ ਉਸ ਤਰ੍ਹਾਂ ਦਾ ਮੈਨੂੰ ਜੀਵਨ ਰਿਵੀਲ ਹੋਏਗਾ। ਦੁਕਾਨ ਦਾ ਮਾਲਕ ਮੈਂ ਹਾਂ। ਮਹਾਰਾਜ ਕਹਿੰਦੇ ਨੇ, ਤਨ ਹਟੜੀ ਇਹ ਮਨ ਵਣਜਾਰਾ। ਤਨ ਇੱਕ ਦੁਕਾਨ ਹੈ, ਇਹਦਾ ਮਾਲਕ ਮੈਂ ਹਾਂ, ਔਰ ਮਨ ਨੂੰ ਕਿੱਥੇ ਵੇਚਣਾ ਹੈ ਇਹ ਮੇਰੀ ਡਿਸੀਜਨ ਹੈ। ਮਨ ਇੱਕ ਟ੍ਰੇਡਿੰਗ ਓਪਰਚੁਨਿਟੀ ਹੈ। ਤਾਂ ਮੈਂ ਮਨ ਨੂੰ ਕਿੱਥੇ ਵੇਚਿਆ? ਮੈਂ ਮਨ ਨੂੰ ਉਸ ਨਾਲ ਜੋੜਿਆ ਜੋ ਚੇਂਜ ਵਿੱਚ ਰਹੇਗਾ ਸਦਾ। ਜੋ ਅੱਜ ਹੈ ਕੱਲ ਨਹੀਂ ਹੋਏਗਾ। ਤਾਂ ਇੱਕ ਓਪਰਚੁਨਿਟੀ ਹੈ, ਉਹ ਮੇਰੀ ਚੋਇਸ ਹੈ, ਪਰ ਉਹਦੀ ਰੈਪਰਕਸ਼ਨਸ ਵੀ ਮੇਰੀਆਂ ਹਨ। ਮੈਂ ਮਨ ਨੂੰ ਕਿੱਥੇ ਜੋੜਿਆ ਇਹ ਡਿਸਾਈਡ ਕਰੇਗਾ ਮੇਰਾ ਫਿਊਚਰ ਕੀ ਹੈ, ਮੇਰਾ ਮਨ ਦਾ ਫਿਊਚਰ ਕੀ ਹੈ। ਮਹਾਰਾਜ ਕਹਿੰਦੇ ਨੇ, ਤਨ ਹਟੜੀ ਇਹ ਮਨ ਵਣਜਾਰਾ। ਪਿੱਛੇ ਇਸ ਬਾਣੀ ਵਿੱਚ ਸਾਹਿਬ ਨੇ ਇੱਕ ਲਾਈਨ ਪੰਕਤੀ ਵਰਤੀ ਸੀ, ਸਾਚ ਵੱਖਰ ਕੇ ਹਮ ਬਣ ਜਾ ਰਹੇ। ਇਹ ਗੁਰੂ ਸਾਹਿਬ ਨੇ ਆਪਣੀ ਗੱਲ ਕੀਤੀ ਹੈ ਕਿ ਮੈਂ ਸੱਚ ਨੂੰ ਲੱਭਣ ਦਾ ਟ੍ਰੇਡ ਕਰਦਾ ਹਾਂ। ਦੋਜ਼ ਹੂ ਸੀਕ ਟਰੁਥ ਆਈ ਸੀਕ ਦੈਮ। ਸਾਚ ਵੱਖਰ ਕੇ ਹਮ ਬਣ ਜਾ ਰਹੇ। ਹੀ ਇਜ਼ ਆਊਟ ਟੂ ਸੀਕ ਦੋਜ਼ ਪੀਪਲ who are seeking truth, and he has that commodity to give. So here is the Guru, जिस गुर मिले तिस पार उतारे। अरे उतर गए पार। मिलना ही तो है। मन ने मिल लिया शब्द नूं, पार उतर गए। नदर दी एक जीवन मिल गया जिथे सदा ही आनंद है। नदर दा एक रलम मिल गया, ਉਹਦਾ ਕਰਮ ਹੈ। ਉਸ ਕਰਮ ਦੇ ਕਿਰਪਾ ਨੂੰ ਜਾਣ ਲਿਆ। ਇਹ ਜੀਵਨ ਤਾਂ ਸਾਰਾ ਹੀ ਉਹਦਾ ਕਰਮ ਹੈ, ਪਰ ਮੈਂ ਜਾਣਿਆ ਨਹੀਂ ਕਿ ਉਹਦਾ ਕਰਮ ਹੈ, ਕਿਉਂਕਿ ਮੈਂ ਅੱਖੋਂ ਨਾਲ ਜੋ ਦੇਖਦਾ ਹਾਂ ਉੱਥੇ ਉਹ ਖੜਾ ਨਹੀਂ ਦਿਖਦਾ ਜੋ ਕ੍ਰੀਏਟ ਕਰਦਾ ਹੈ। ਸਿਰਫ ਉਹਦੀ ਕ੍ਰੀਏਸ਼ਨ ਦਿਖਦੀ ਹੈ। ਮੈਂ ਨਹੀਂ ਇਸ ਕ੍ਰੀਏਸ਼ਨ ਨੂੰ ਦੇਖ ਕੇ ਜਾਣ ਸਕਦਾ ਕਿ ਇਹਦੇ ਪਿੱਛੇ ਕੌਣ ਖੜਾ ਹੈ। That's not what I am seeing with my eyes. ਬਟ ਮਨ ਨਾਲ ਮੈਂ ਦੇਖ ਸਕਦਾ ਹਾਂ। ਮਨ ਜਦੋਂ ਪ੍ਰੇਮ ਨਾਲ ਜੁੜੇਗਾ, ਅਨਕੰਡੀਸ਼ਨਡ ਪ੍ਰੇਮ, ਆਨੰਦ ਨਾਲ ਜੁੜੇਗਾ, ਅਨਕੰਡੀਸ਼ਨਡ ਹੈਪੀਨੈਸ, ਸ਼ਬਦ ਨਾਲ ਜੁੜੇਗਾ, ਤਾਂ ਰਿਵੀਲ ਹੋਏਗਾ ਉਹ ਰੈਲਮ ਜਿਹੜਾ ਮੇਰੇ ਮਨ ਦੇ ਅੰਦਰ ਹੀ ਹੈ। ਤਾਂ ਮਹਾਰਾਜ ਕਹਿੰਦੇ ਨੇ, ਇਹ ਜੀਵਨ ਇੱਕ ਦੁਕਾਨ ਦੀ ਤਰ੍ਹਾਂ ਹੈ, ਔਰ ਇੱਥੇ ਮਨ ਦਾ ਟ੍ਰੇਡ ਚੱਲ ਰਿਹਾ ਹੈ। ਮੈਂ ਮਨ ਨੂੰ ਅਗਰ ਸੱਚ ਨਾਲ ਜੋੜ ਦਿੱਤਾ ਤਾਂ ਇੱਕ ਹੋਰ ਓਪਰਚੁਨਿਟੀ ਹੈ, ਔਰ ਜੁੜ ਗਿਆ ਮਨ। ਮੈਂ ਵੇਚਿਆ ਸੱਚ ਨਾਲ। ਸੱਚ ਵੱਖਰ ਕੇ ਹਮ ਬਣ ਜਾ ਰਹੇ। ਮੈਂ ਸੱਚ ਨਾਲ ਜੋੜਿਆ ਜਿਹੜਾ ਕੌਨਸਟੈਂਟ ਟਰੁਥ ਹੈ, ਕੌਨਸਟੈਂਟ ਆਨੰਦ ਹੈ, ਜਿਹੜਾ ਕ੍ਰੀਏਟਰ ਹੈ ਉਹ ਸੱਚ ਹੈ। ਇੱਕ ਹੀ ਕੌਨਸਟੈਂਟ ਹੈ ਇਸ ਕ੍ਰੀਏਸ਼ਨ ਵਿੱਚ ਜਿਹੜਾ ਉਸ ਨੂੰ ਬਣਾਉਂਦਾ ਹੈ। ਉਹਦੀ ਕ੍ਰੀਏਸ਼ਨ ਸਦਾ ਹੀ ਚੇਂਜਿੰਗ ਹੈ। ਮਹਾਰਾਜ ਕਹਿੰਦੇ ਨੇ ਕਿ ਇਹ ਜੀਵਨ ਦੀ ਓਪਰਚੁਨਿਟੀ ਇੱਕ ਟ੍ਰੇਡ ਕਰਨ ਦੀ ਓਪਰਚੁਨਿਟੀ ਹੈ, ਸੱਚ ਨੂੰ ਜਾਣ ਲੈਣ ਦੀ ਓਪਰਚੁਨਿਟੀ ਹੈ। ਔਰ ਨਹੀਂ ਜਾਣਿਆ ਤਾਂ ਉਹ ਵੀ ਮੇਰੀ ਕਾਲ ਹੈ, ਬਟ ਦੈਨ ਦ ਰੈਪਰਕਸ਼ਨਸ ਆਰ ਮਾਈਨ। ਇਸ ਕਰਕੇ ਸਾਹਿਬ ਕਹਿੰਦੇ ਨੇ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਪਾਰ। ਪਹਿਲੇ ਕਮੋਡਿਟੀ ਨੂੰ ਜਾਣ ਲੈ ਹੈ ਤੇ ਕੀ, ਫਿਰ ਇਹਦਾ ਵਪਾਰ ਕਰ। ਇਹ ਜੀਵਨ ਹੈ ਕੀ, ਪਹਿਲੇ ਉਹ ਜਾਣ ਲੈ, ਫਿਰ ਇਹਨੂੰ ਕਿੱਥੇ ਵੇਚਣਾ ਹੈ ਤਾਂ ਹੀ ਡਿਸੀਜਨ ਲੈ। ਫਸਟ ਨੋ ਵਟ ਲਾਈਫ ਇਜ਼, ਸੋ ਡੋਂਟ ਡਿਨਾਈ ਯੋਰ ਸੈਲਫ ਦ ਐਕਸਪੀਰੀਅੰਸ ਆਫ ਲਾਈਫ। ਲਿਵ ਥਰੂ ਇਟ ਟੂ ਨੋ ਇਟ। ਜੀਵਨ ਨੂੰ ਜਾਣੇ ਬਿਨਾਂ ਜੀਵਨ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ? ਜੀਵਨ ਦੇ ਭੇਦ ਕਿਵੇਂ ਜਾਣੇ ਜਾ ਸਕਦੇ ਹਨ? ਫਿਰ ਅਗਰ ਜਾਣ ਲਿਆ ਤਾਂ ਸੱਚ ਨੂੰ ਜਾਣਿਆ। ਮਨ ਦੇ ਵਿੱਚ ਇੱਕ ਵਸਦਾ ਸੱਚ ਹੈ ਜਿਹੜਾ ਸਦਾ ਲਈ ਹੈ। ਨਾਨਕ ਸਹਿਜੇ ਸੱਚ ਵਪਾਰਾ। ਸਾਹਿਬ ਕਹਿੰਦੇ ਹਨ ਕਿ ਸਹਿਜ ਵਿੱਚ ਹੀ, ਸਹਿਜ ਦੀ ਇੱਕ ਅਵਸਥਾ ਹੈ, ਮਨ ਦੀ ਇੱਕ ਸਹਿਜ ਦੀ ਅਵਸਥਾ ਜਿਹਦੇ ਇਕੋਨੋਮਿਟੀ ਹੈ, ਪੀਸ ਹੈ, ਸਟੇਬਿਲਿਟੀ ਹੈ, ਨੌਨ ਡੂਇੰਗ ਹੈ, ਜਿਸ ਨੂੰ ਸਾਹਿਬ ਨੇ ਸੁੰਨ ਵੀ ਕਿਹਾ ਹੈ।
ਸੁੰਨ ਸਮਾਧੀ ਨਾਲ ਰਿਲੇਸ਼ਨ ਰੱਖਦੀ ਹੈ, ਜਿੱਥੇ ਜੁੜ ਗਿਆ ਸਭ ਕੁਝ। ਮੈਂ ਅੰਤਰਮੁਖੀ ਹੋਇਆ, ਮੂੰਦ ਲਈਏ ਦਰਵਾਜ਼ੇ, ਬਾਜੀਏ ਲੈ ਆਨੰਦ ਬਾਜੇ। ਦਰਵਾਜ਼ੇ ਬਾਹਰ ਦੇ ਬੰਦ ਕਰ ਲਏ, ਅੰਦਰ ਦੇ ਵੱਲ ਸਾਰੀ ਸ਼ਕਤੀ ਚਲੀ ਗਈ। ਉਸਨੇ ਅੰਦਰ ਦਾ ਆਨੰਦ ਖੋਲ ਦਿੱਤਾ। ਬਾਜੀਏ ਲੈ ਆਨੰਦ ਬਾਜੇ, ਨਾਨਕ ਸਹਿਜੇ ਸੱਚ ਵਪਾਰਾ। ਸੱਚ ਦਾ ਵਪਾਰ ਕਰਨ ਆਏ ਹਾਂ ਅਸੀਂ ਇੱਥੇ। ਇਹ ਮੇਰੀ ਚੋਇਸ ਹੈ, ਮੈਨੂੰ ਦੱਸਣਾ ਆਪਣੇ ਆਪ ਨੂੰ। ਸਾਹਿਬ ਕਹਿੰਦੇ ਹਨ ਕਿ ਸਹਿਜ ਵਿੱਚ ਹੀ ਸੱਚ ਦਾ ਵਪਾਰ ਹੋ ਸਕਦਾ ਹੈ, ਔਰ ਸੱਚ ਦਾ ਵਪਾਰ ਕਰਨ ਮੈਂ ਆਇਆ ਹਾਂ। ਅਸੀਂ ਸਾਰੇ ਸੱਚ ਦੇ ਵਪਾਰੀ ਬਣਨ ਆਏ ਹਾਂ। ਅਸੀਂ ਸੀਖ ਉਸੇ ਚੀਜ਼ ਨੂੰ ਕਰ ਰਹੇ ਹਾਂ, ਪਰ ਸਾਨੂੰ ਇਹ ਇਨਫੋਰਮੇਸ਼ਨ ਨਹੀਂ ਹੈ ਕਿ ਇਹ ਹੈ ਕਿੱਥੇ। ਜਿਸ ਸੁੱਖ ਨੂੰ ਅਸੀਂ ਲੱਭ ਰਹੇ ਹਾਂ, ਸਾਨੂੰ ਇਹ ਇਨਫੋਰਮੇਸ਼ਨ ਨਹੀਂ ਹੈ ਕਿ ਇਹ ਸੁੱਖ ਕਿੱਥੇ ਵਸਦਾ ਹੈ। ਸਾਨੂੰ ਜਨਮ ਤੋਂ ਇਹ ਦੱਸਿਆ ਜਾਂਦਾ ਹੈ ਕਿ ਇਹ ਬਾਹਰ ਹੀ ਵਸਦਾ ਹੈ, ਜੀਵਨ ਦੇ ਬਾਹਰਮੁਖੀ ਹੋਣ ਨਾਲ ਵਸਦਾ ਹੈ। ਇਹ ਮਿਸ ਇਨਫੋਰਮੇਸ਼ਨ ਹੈ। ਜੋ ਗੁਰੂ ਕਹਿ ਰਿਹਾ ਹੈ ਕਿ ਇਹ ਸੱਚ ਮਨ ਦੇ ਅੰਦਰ ਹੀ ਵਸਦਾ ਹੈ। ਮਨ ਵਣਜਾਰਾ, ਨਾਨਕ ਸਹਿਜੇ ਸੱਚ ਵਪਾਰਾ। ਮੈਂ ਆਪਣੇ ਆਪ ਨੂੰ ਕਹਾਂ ਕਿ ਮੈਂ ਵਪਾਰ ਕਰਨ ਆਇਆ ਹਾਂ ਸੱਚ ਦਾ। ਮੈਂ ਉਸ ਤਰ੍ਹਾਂ ਆਪਣੇ ਜੀਵਨ ਨੂੰ ਢਾਲਾਂ, ਮੈਂ ਉਸੇ ਤਰ੍ਹਾਂ ਆਪਣੇ ਜੀਵਨ ਨੂੰ ਕਮਿਟ ਕਰਾਂ। ਮੈਂ ਉਹੀ ਅਰਦਾਸ, ਉਹੀ ਕਾਲਸ ਅੰਤਰਮੁਖੀ ਸੱਚ ਰੂਪ ਵਿੱਚ ਦਿਆਂ, ਤਾਂ ਨੇਚਰ ਸੋਲਿਊਸ਼ਨਸ ਮੈਨੂੰ ਦੇਗਾ। ਇਹ ਮੈਨੂੰ ਦਿਖਦਾ ਹੈ। ਸਾਹਿਬ ਦੇ ਇਸ ਪਦੇ ਨਾਲ ਮੈਨੂੰ ਸ਼ਬਦ ਦੀ ਵਿਚਾਰ ਦੀ ਗੱਲ ਸਮਝ ਆਈ, ਗੁਰੂ ਦੀ ਗੱਲ ਸਮਝ ਆਈ, ਮੁਕਤੀ ਔਰ ਮਹਾਸੁੱਖ ਦੀ ਗੱਲ ਸਮਝ ਆਈ। ਮਹਾਸੁੱਖ, ਇੱਕ ਜਿੱਤ ਦੀ ਗੱਲ ਸਮਝ ਆਈ, ਕਦੇ ਨਾ ਹਾਰਨ ਦੀ ਗੱਲ ਸਮਝ ਆਈ, ਔਰ ਇੱਕ ਓਪਰਚੁਨਿਟੀ ਦੀ ਗੱਲ ਸਮਝ ਆਈ, ਜਿੱਥੇ ਮੈਂ ਸੱਚ ਨੂੰ ਜਿੱਤ ਸਕਦਾ ਹਾਂ, ਜਾਣ ਸਕਦਾ ਹਾਂ। ਅਸੀਂ ਸਾਰੇ ਜਾਣ ਸਕਦੇ ਹਾਂ। ਸਾਹਿਬ ਦੇ ਇਹਨਾਂ ਪਦਿਆਂ ਦੀ ਵਿਚਾਰ ਦੇ ਵਿੱਚ ਕਰਦੇ ਹੋਏ ਮੈਂ ਅਨੇਕਾਂ ਹੀ ਭੁੱਲਾਂ ਕੀਤੀਆਂ ਹਨ। ਆਪ ਸੁਧਾਰ ਸਕੋ, ਜ਼ਰੂਰ ਮੈਨੂੰ ਸੁਧਾਰਨਾ। ਜੇ ਕੁਝ ਕਹਿਣਾ ਚਾਹੋ, ਆਪ ਕੁਝ ਦੱਸਣਾ ਚਾਹੋ, ਜੀ ਆਇਆਂ ਨੂੰ। ਅੱਜ ਦੀ ਪਦੇ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰਨਾ। ਬਹੁਤ ਬਹੁਤ ਧੰਨਵਾਦ।